ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਪੰਜਾਬ ਕਾਂਗਰਸ ਦੇ ਆਪਸੀ ਕਲੇਸ਼ ਦੇ ਬਾਰੇ। ਇੱਕ ਨਵਾਂ ਮੋੜ ਆਇਆ, ਹਾਈ ਕਮਾਨ ਦੇ ਵੱਲੋਂ ਨਵਾਂ ਜਿਹੜਾ ਫਰਮਾਨ ਸੁਣਾਇਆ ਗਿਆ। ਜਿਹੜਾ ਫਰਮਾਨ ਸੁਣਾਇਆ ਉਹ ਵੀ ਤੁਹਾਨੂੰ ਦੱਸਾਂਗੇ ਕਿ ਕੁਝ ਗੱਲਬਾਤ ਕਹੀ ਗਈ ਹੈ ਰਾਹੁਲ ਗਾਂਧੀ ਨੇ ਤੇ ਦੂਜੀ ਹਾਈ ਕਮਾਨ ਨੇ ਪ੍ਰਿयंका ਗਾਂਧੀ ਅਤੇ सोनिया गांधी ने की कुछ फैसला लिया। हाई ਜਿਹੜੇ हरीश रावत ने वो आके इत्थे फैसला सुनाउणगे, वो भी तुहानूं दस्सांगे। तो उस तो बाद गलबात करांगे कि नवजोत सिंह सिद्धू ने भी एक बड़ा ऐलान किया है, एक टीम जिहड़ी एक बार फिर तो नियुक्त की है कि कुछ फैसला लिया गया उन्होंने वल्लों, उस मामले ते भी गलबात करांगे। तो गलबात इस ते भी करांगे कि कैप्टन धड़े दे एक मंत्री नूं वड्डा झटका लग्या है। की वो वड्डा झटका है वो भी तुहानूं दस्सांगे। ते उत्थे ही एक बार फिर तो कैबिनेट मंत्री मंडल के फेर बदल के उपर जिहड़े शक के बदल जिहड़े मंडरा रहे आ कि कुछ गलबात किस तरीके दे नाल फेर बदल हो सकता है, कदों हो सकता है, होवेगा भी या नहीं होवेगा। इस पूरे मामले ते गलबात करांगे। गलबात करने लई मेरे नाल मौजूद ने डॉक्टर भीमिंदर सिंह जी। सब तो पहला स्वागत करांगे डॉक्टर साहब, स्वागत है प्रोग्राम दे विच। बहुत बहुत शुक्रिया, मेहरबानी, धन्यवाद सुखविंदर जी। डॉक्टर साहब, सब तो पहला आपां गलबात करिए कि पंजाब कांग्रेस के मामले दे विच कलेश दे विच जिहड़ा नवां मोड़ आया, हाई कमान दे वल्लों सख्त फरमान सुनाया गया। हरीश रावत जिहड़े आ वो पंजाब आके उस फैसले के बारे दस्सणगे कि भाई हाई कमान कहिंदी है कि सारिआं नूं इकट्ठे मिल के चलना पऊगा। किवें देखदे हो उस फैसले नूं? फिर अगे वधदे आ प्रोग्राम विच। सुखविंदर जी देखो, कोई भी किसी भी पार्टी की हाई कमांड होंदी है, ओदा इक्को एक नुकता ही हुंदा है कि सारे मिलके इकट्ठे चलो। पर दिक्कत उदों आउंदी है कि जदों पार्टी दे विच इस वेले आपां देख रहे हैं कि बुरी तरह जिहड़ी हैगी है खाना जंगी शुरू हो चुकी है और पिछले लंबे समय तो शुरू हो चुकी है और बहुत बड़े पद्धर ते जिहड़ी हैगी है ये पहुंच चुकी है और किसी भी वेले जिहड़ी हैगी है कांग्रेस दे टुੱਟਣ ਦੀਆਂ संभावनावां नजर आ रही ने। सो ਉਹਦਾ तरीका ਤਾਂ ਇਹੀ ਸੀਗਾ कि इस वेले हाई कमांड ਨੂੰ ਵੱਡੇ फैसले ਲੈਣੇ ਚਾਹੀਦੇ ਸੀਗੇ। पर हो ਕੀ ਰਿਹਾ इस वेले जिहड़ी हाई कमांड मैनूं लगदा है कि वड्डी गलती कर रही है। वो हरीश रावत जी बार बार कह चुके ने। पहला तो हरीश रावत जी बारे आपां नूं समझण दी लोड़ है, जिहड़े कि इस वेले कांग्रेस दे पंजाब दे प्रभारी ने। ਉਹ बार-बार अपने गल्लों अपने मूहों ਇਹ ਗੱਲਾਂ ਕਹਿ ਚੁੱਕੇ ਨੇ ਕਿ ਭਾਈ ਮੈਨੂੰ ਹੁਣ ਮੇਰਾ ਇੱਥੋਂ ਖਹਿੜਾ ਛਡਾਓ, मैं उत्तराखंड ਦੇ ਵਿੱਚ ਜਾਣਾ ਹੈ, ਉੱਥੇ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿਓ ਤਾਂ ਕਿ ਮੈਂ ਉੱਥੇ ਆਰਾਮ ਨਾਲ ਕੰਮ ਕਰ ਸਕਾਂ। ਪਰ ਉਹਨਾਂ ਨੂੰ ਕੰਮ ਜਿਹੜਾ ਉਹਨਾਂ ਤੋਂ ਕੀ ਲਿਆ ਜਾ ਰਿਹਾ, ਉਹਨਾਂ ਤੋਂ ਪੰਜਾਬ ਦੀ ਜਿਹੜੀ ਇਹ ਖਾਨਾ ਜੰਗੀ ਹੈ ਉਹਨੂੰ ਹੱਲ ਕਰਾਉਣ ਦਾ ਕੰਮ ਲਿਆ ਜਾ ਰਿਹਾ। ਇੱਥੇ ਇੱਕ ਬਹੁਤ ਵੱਡੀ ਗਲਤੀ ਜਿਹੜੀ ਹੈਗੀ ਹੈ ਕਾਂਗਰਸ ਦੀ ਹਾਈ ਕਮਾਂਡ ਇਹ ਕਰ ਰਹੀ ਹੈ ਕਿ ਉਹਨਾਂ ਨੂੰ ਪਹਿਲੀ ਗੱਲ ਤਾਂ ਕਿ ਇਹ ਜਿਹੜਾ ਹੈਗਾ ਪ੍ਰਭਾਰੀ ਸਾਹਿਬ ਨੂੰ ਬਦਲਣਾ ਚਾਹੀਦਾ, ਹਰੀਸ਼ ਰਾਵਤ ਨੂੰ, ਜਿਹੜੇ ਕਿ ਉਹਨਾਂ ਦਾ ਮਨ ਤਾਂ ਉੱਤਰਾਖੰਡ ਦੇ ਵਿੱਚ ਪਿਆ। ਉਹਨਾਂ ਦੀਆਂ ਜਿਹੜੀਆਂ ਸਾਰੀਆਂ ਜਿਹੜੀਆਂ ਦਿਮਾਗ ਹੈ ਉਹ ਉੱਤਰਾਖੰਡ ਦੇ ਵਿੱਚ ਲੱਗਿਆ ਹੋਇਆ ਹੈ ਕਿ ਕਦੋਂ ਉਹਨਾਂ ਨੂੰ ਮੁੱਖ ਮੰਤਰੀ ਐਲਾਨ ਦਿੱਤਾ ਜਾਏਗਾ। ਉਹ ਤਾਂ ਹੁਣ ਉੱਤੋਂ ਇੱਕ ਕਾਰਵਾਈ ਜਿਹੜੀ ਹੈਗੀ ਆ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਮੈਂ ਤਾਂ ਜਿਹੜਾ ਹੈਗਾ ਮੈਂ ਪਹਿਲਾਂ ਸੁਣਦਾ, ਫਿਰ ਮੈਂ ਸੋਨੀਆ ਜੀ ਨੂੰ ਮਿਲਦਾ, ਫਿਰ ਮੈਂ ਰਾਹੁਲ ਜੀ ਨੂੰ ਮਿਲਦਾ, ਫਿਰ ਮੈਂ ਪ੍ਰਿयंका ਜੀ ਨੂੰ ਮਿਲਦਾ, ਮੈਂ ਦੇਖੋ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਉਹਨਾਂ ਦਾ ਧਿਆਨ ਜਿਹੜਾ ਹੈਗਾ ਉੱਤਰਾਖੰਡ ਦੇ ਵਿੱਚ ਲੱਗਿਆ ਹੋਇਆ। ਇਹ ਗੱਲ ਨੂੰ ਸਮਝ ਲੈਣਾ ਚਾਹੀਦਾ, ਸੋਨੀਆ ਜੀ ਨੂੰ ਵੀ ਸਮਝਣਾ ਚਾਹੀਦਾ, ਰਾਹੁਲ ਜੀ ਨੂੰ ਵੀ ਸਮਝਣਾ ਚਾਹੀਦਾ ਔਰ ਪ੍ਰਿयंका ਜੀ ਨੂੰ ਵੀ ਸਮਝਣਾ ਚਾਹੀਦਾ ਔਰ ਉਹਨਾਂ ਨੂੰ ਉੱਤਰਾਖੰਡ ਦੇ ਵਿੱਚ ਭੇਜਣਾ ਚਾਹੀਦਾ। ਪਹਿਲੀ ਗੱਲ ਤਾਂ ਇਹ ਵੱਡੀ ਗਲਤੀ ਹੈ। ਦੂਜੀ ਗਲਤੀ ਇਹ ਕਰ ਰਹੀ ਹੈ ਕਿ ਜਿੰਨੀ ਦੇਰ ਤੁਸੀਂ ਪੰਜਾਬ ਦੇ ਮਾਮਲਿਆਂ ਦਾ ਪ੍ਰਭਾਰੀ ਜਾਂ ਪੰਜਾਬ ਦਾ ਪ੍ਰਭਾਰੀ ਪੰਜਾਬ ਦੇ ਜਿਹੜੇ ਥੱਲੇ ਜ਼ਮੀਨੀ ਹਕੀਕਤਾਂ ਨੇ ਇਸ ਵੇਲੇ ਉਹਨਾਂ ਨੂੰ ਸਮਝਣ ਵਾਲਾ ਪ੍ਰਭਾਰੀ ਤੁਸੀਂ ਨਹੀਂ ਲਾਉਂਦੇ, ਉਨੀ ਦੇਰ ਵੱਡੀ ਗਲਤੀ ਦੂਜੀ ਜਿਹੜੀ ਹੈਗੀ ਆ ਕਾਂਗਰਸ ਇਹ ਹਾਈ ਕਮਾਂਡ ਜਿਹੜੀ ਹੈਗੀ ਉਹ ਕਰੇਗੀ। ਉਹਨਾਂ ਨੂੰ ਇਸ ਵੇਲੇ ਦੂਜਾ ਕੰਮ ਇਹ ਕਰਨਾ ਚਾਹੀਦਾ, ਇਮੀਡੀਏਟਲੀ ਜਿਹੜਾ ਕਰਨਾ ਚਾਹੀਦਾ ਉਹ ਹੈ ਕਿ ਜਿਹੜਾ ਪੰਜਾਬ ਦੀਆਂ ਹਕੀਕਤਾਂ ਤੋਂ ਜਾਣੂ ਜਿਹੜਾ ਪ੍ਰਭਾਰੀ ਹੋਵੇ ਚਾਹੇ ਬਾਹਰਲੀ ਸਟੇਟ ਦਾ, ਪਰ ਹੋਵੇ ਜਿਹੜਾ ਹੈਗਾ ਉਹ ਜਾਣਦਾ ਹੋਵੇ ਕਿ ਇਸ ਵੇਲੇ ਹਕੀਕਤ ਕੀ ਹੈ। ਕਿਉਂਕਿ ਜਿਹੜੇ ਨੇ ਆਪਣੇ ਪ੍ਰਭਾਰੀ ਸਾਹਿਬ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਇਹੀ ਲੱਗੀ ਜਾਂਦਾ ਹੈ ਕਿ ਕੈਪਟਨ ਸਾਹਿਬ ਤਾਂ ਬਹੁਤ ਵੱਡੇ ਜਿਹੜੇ ਨੇ ਚਿਹਰਾ ਨੇ, ਉਹ ਤਾਂ ਬਹੁਤ ਵੱਡੇ ਇਨਸਾਨ ਨੇ ਔਰ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਜਾਂਦੇ ਆ। ਪੰਜਾਬ ਦੇ ਲੋਕਾਂ ਦੇ ਚਿਹਰੇ ਦੇਖ ਹੀ ਨਹੀਂ ਰਹੇ। ਬਿਲਕੁਲ, ਮੈਂ ਉਹੀ ਕਹਿਣਾ ਕਿ ਪੰਜਾਬ ਦੀਆਂ ਹਕੀਕਤਾਂ ਬਾਰੇ ਰਾਵਤ ਸਾਹਿਬ ਨੂੰ ਨਹੀਂ ਪਤਾ ਇਸ ਵੇਲੇ ਜਿਹੜੀਆਂ ਮੌਜੂਦਾ ਸਥਿਤੀਆਂ ਨੇ। ਸੋ ਇੱਕ ਤਾਂ ਜਿਹੜਾ ਹੈਗਾ ਇਹ ਗੱਲ ਸਮਝਣੀ ਚਾਹੀਦੀ ਹੈ। ਤੀਸਰੀ ਗੱਲ
ਕਿ ਇਸ ਵੇਲੇ ਮੈਨੂੰ ਇਹ ਲੱਗਦਾ ਹੈ ਕਿ ਰਾਹੁਲ ਜੀ ਨੂੰ ਅੱਗੇ ਆਉਣਾ ਚਾਹੀਦਾ। ਜਿਵੇਂ ਪਹਿਲਾਂ ਅੱਗੇ ਆ ਕੇ ਉਹਨਾਂ ਨੇ ਮਸਲੇ ਦਾ ਹੱਲ ਕੀਤਾ ਸੀਗਾ, ਉਹਨਾਂ ਨੇ ਅੱਗੇ ਆ ਕੇ ਵਿਧਾਇਕਾਂ ਦੀਆਂ ਸਮੱਸਿਆਵਾਂ ਸੁਣੀਆਂ ਸੀਗੀਆਂ, ਮਿਨਿਸਟਰ ਸਾਹਿਬਾਨ ਦੀਆਂ ਸਮੱਸਿਆਵਾਂ ਸੁਣੀਆਂ ਸੀਗੀਆਂ, ਆਮ ਜਿਹੜੇ ਵਲੰਟੀਅਰ ਸਾਹਿਬਾਨ ਸੀਗੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਸੀਗੀਆਂ, ਔਰ ਉਹਦਾ ਹੱਲ ਕੱਢ ਕੇ ਉਹਨਾਂ ਨੇ ਦਿੱਤਾ ਸੀਗਾ। ਔਰ ਉਹਦੇ ਵਿੱਚੋਂ ਇੱਕ ਬਹੁਤ ਵੱਡਾ ਆਸ ਜਿਹੜੀ ਸੀਗੀ, ਉਮੀਦ ਵੱਜਦੀ ਸੀ ਕਿ 22 ਦੇ ਵਿੱਚ ਜੇਕਰ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਹੁਣ ਪਹਿਲਾਂ ਪ੍ਰਧਾਨ ਬਣਾਇਆ ਜਾਏਗਾ ਔਰ 22 ਦੇ ਵਿੱਚ ਚਿਹਰਾ ਜਿਹੜਾ ਹੈਗਾ ਮੁੱਖ ਮੰਤਰੀ ਦਾ ਬਣਾਇਆ ਜਾਏਗਾ, ਤਾਂ ਇੱਕ ਆਸ ਵੱਜੀ ਸੀਗੀ ਔਰ ਉਹ ਵੱਡਾ ਫੈਸਲਾ ਉਹਨਾਂ ਨੇ ਲਿਆ ਸੀਗਾ। ਉਸ ਵੇਲੇ ਵੀ ਤੁਹਾਨੂੰ ਯਾਦ ਹੋਏਗਾ, ਦਰਸ਼ਕਾਂ ਨੂੰ ਯਾਦ ਹੋਏਗਾ। ਪਰ ਹੁਣ ਕੀ ਹੈ ਕਿ ਇਸ ਵੇਲੇ ਰਾਹੁਲ ਜੀ ਫੇਰ ਪਿੱਛੇ ਹਟਦੇ ਨਜ਼ਰ ਆ ਰਹੇ ਨੇ, ਫਿਰ ਉਹ ਪੰਜਾਬ ਦੇ ਵਿੱਚ ਇੰਟਰਵਿਊ ਨਹੀਂ ਕਰ ਰਹੇ। ਉਹਨਾਂ ਨੂੰ ਤੀਜੀ ਗੱਲ ਇਹ ਹੈ ਕਿ ਉਹਨਾਂ ਰਾਹੁਲ ਜੀ ਨੂੰ ਇਸ ਵੇਲੇ ਔਰ ਪ੍ਰਿੰਕਾ ਜੀ ਨੂੰ ਪੰਜਾਬ ਦੀ ਇਸ ਖਾਨਾ ਜੰਗੀ ਦੇ ਬਾਰੇ ਅੱਗੇ ਆਉਣਾ ਪਏਗਾ, ਵੱਡੇ ਫੈਸਲੇ ਲੈਣੇ ਪੈਣਗੇ ਔਰ ਜੋ ਪਹਿਲਾਂ ਉਹਨਾਂ ਨੇ ਨਤੀਜਾ ਕੱਢਿਆ ਸੀਗਾ ਔਰ ਉਸੇ ਨੂੰ ਹੀ ਲਾਗੂ ਕਰਨਾ ਪਏਗਾ, ਨਾ ਕਿ ਜਿਹੜਾ ਹੈਗਾ ਦੂਸਰੇ ਲੋਕਾਂ ਦੇ ਉੱਤੇ ਛੱਡ ਕੇ ਇਹ ਸਾਰੀਆਂ ਗੱਲਾਂ ਨੂੰ ਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਏਦਾਂ ਸਗੋਂ ਹੋਰ ਜਿਹੜਾ ਹੈਗਾ ਸਮੱਸਿਆਵਾਂ ਵਧਣਗੀਆਂ, ਪੰਜਾਬ ਦੀ ਕਾਂਗਰਸ ਦਾ ਸੰਕਟ ਹੋਰ ਵਧੇਗਾ ਜੇਕਰ ਇਸ ਵੇਲੇ ਰਾਹੁਲ ਜੀ ਜਾਂ ਪ੍ਰਿੰਕਾ ਜੀ ਅੱਗੇ ਨਹੀਂ ਆਉਣਗੇ। ਔਰ ਜਿਹੜੀ ਹੈਗੀ ਚੌਥੀ ਗੱਲ ਕਿ ਇਸ ਵੇਲੇ ਕੀ ਹੈ ਕਿ ਇਸ ਵੇਲੇ ਆਪਾਂ ਦੇਖ ਰਹੇ ਹਾਂ ਕਿ ਚਾਹੇ ਉਹ ਕੈਪਟਨ ਸਾਹਿਬ ਹੋਣ, ਚਾਹੇ ਨਵਜੋਤ ਸਿੰਘ ਸਿੱਧੂ ਜੀ ਹੋਣ, ਜਿਹੜੇ ਦੋਨਾਂ ਧੜਿਆਂ ਦੀ ਆਪਸੀ ਕਸ਼ਮਕਸ਼ ਹੈ ਉਹ ਸਿਖਰ ਤੇ ਪਹੁੰਚ ਚੁੱਕੀ ਹੈ। ਔਰ ਉਹ ਸਿਖਰ ਤੇ ਇਸ ਲਈ ਪਹੁੰਚੀ ਹੈ ਕਿਉਂਕਿ ਦੋਵੇਂ ਧੜਿਆਂ ਦੇ ਵਿੱਚ ਜਿਹੜਾ ਹੈਗਾ ਆਪਾਂ ਦੇਖ ਰਹੇ ਹਾਂ ਕਿ ਬੈਲੈਂਸ ਵਿਗੜਦਾ ਨਜ਼ਰ ਆਇਆ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਨਵਜੋਤ ਸਿੰਘ ਸਿੱਧੂ ਜੀ ਗਲਤੀ ਕਿੱਥੇ ਕਰ ਗਏ ਵੱਡੀ, ਉਹ ਇਹੀ ਗਲਤੀ ਕਰ ਗਏ ਕਿ ਜਿਹੜੇ ਉਹਨਾਂ ਨੇ ਆਪਣੇ ਨਾਲ ਵੱਖ-ਵੱਖ ਜਿਹੜੀ ਇੱਕ ਟੀਮ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਉਹਦਾ ਲਾਹਾ ਜਿਹੜਾ ਹੈਗਾ ਵਿਰੋਧੀ ਧਿਰ ਨੂੰ ਬਹੁਤ ਚੰਗੀ ਤਰ੍ਹਾਂ ਮਿਲਿਆ। ਔਰ ਅੱਜ ਤੁਸੀਂ ਦੇਖੋਗੇ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਪਹਿਲਾਂ ਅੱਗੇ ਆ ਰਹੇ ਸੀਗੇ ਔਰ ਸਾਰੀ ਚੀਜ਼ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ, ਅੱਜ ਉਹ ਬੈਕ ਫੁੱਟ ਤੇ ਆ ਗਏ ਨੇ। ਸੋ ਉਹਦਾ ਫਾਇਦਾ ਵੀ ਜਿਹੜਾ ਹੈਗਾ ਕੈਪਟਨ ਸਾਹਿਬ ਦੇ ਧੜੇ ਨੂੰ ਮਿਲ ਰਿਹਾ ਹੈ। ਔਰ ਤੁਸੀਂ ਦੇਖੋਗੇ ਉਹਦੇ ਨਾਲ ਕੀ ਹੋ ਗਿਆ ਕਿ ਕਿਹਾ ਕਿ ਜਿਹੜਾ ਇਹ ਕਲੇਸ਼ ਹੈ ਇਹ ਸਿਖਰ ਤੇ ਪਹੁੰਚ ਚੁੱਕਿਆ, ਗਹਿਰੀ ਚਿੰਤਾ ਦੇ ਵਿੱਚ ਕਾਂਗਰਸ ਹਾਈ ਕਮਾਨ ਲੱਗ ਰਹੀ ਹੈ। ਪਰ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ ਇਕੱਠੇ ਕਰਨ ਦੀ, ਲੰਬੇ ਸਮੇਂ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਜਿਹੜੇ ਹਰੀਸ਼ ਰਾਵਤ ਫੇਲ ਹੋਏ ਆ। ਮੈਨੂੰ ਲੱਗਦਾ ਕਿ ਇਹਨਾਂ ਦੇ ਇੱਕ ਦੂਜੇ ਦੇ ਬਿਆਨ, ਧੜਿਆਂ ਦੇ ਬਿਆਨ ਉਹਨਾਂ ਫਿੱਕ ਨਹੀਂ ਪਾਉਂਦੇ ਜਿੰਨਾ ਹਰੀਸ਼ ਰਾਵਤ ਖੁਦ ਆ ਕੇ ਇੱਥੇ ਫਿੱਕ ਪਾ ਦਿੰਦੇ ਆ। ਇੱਕ ਧੜੇ ਕੋਲ ਜਾ ਕੇ ਦੂਜੇ ਧੜੇ ਦੇ ਖਿਲਾਫ ਹੀ ਬਿਆਨ ਦੇ ਦਿੰਦੇ ਆ। ਅਜਿਹੀਆਂ ਸ਼ਾਇਦ ਕਾਰਵਾਈਆਂ ਦੇ ਨਾਲ ਜਿਹੜੇ ਇਹ ਧੜੇਬੰਦੀ ਖਤਮ ਨਹੀਂ ਹੋਊਗੀ। ਕਿਵੇਂ ਦੇਖਦੇ ਹੋ ਕਿ ਜਾਂ ਤਾਂ ਫਿਰ ਪੰਜਾਬ ਕਾਂਗਰਸ ਦਾ ਪ੍ਰਧਾਨ, ਮਾਫ ਕਰਨਾ, ਪੰਜਾਬ ਕਾਂਗਰਸ ਦਾ ਜਿਹੜਾ ਇੰਚਾਰਜ ਹੈ ਉਹ ਬਦਲਿਆ ਜਾਵੇ, ਤਾਂ ਜਿਹੜਾ ਹੋ ਸਕਦਾ ਕਿ ਜਿਵੇਂ ਤੁਸੀਂ ਦੱਸਿਆ ਕਿ ਹੋਰ ਕੋਈ ਜਿਹੜਾ ਪੰਜਾਬ ਦੀ ਜ਼ਮੀਨੀ ਹਕੀਕਤ ਨੂੰ ਜਾਣਦਾ ਹੋਵੇ ਇੰਚਾਰਜ, ਉਹ ਆ ਜਾਵੇ, ਤਾਂ ਜਿਹੜਾ ਕੁਝ ਨਾ ਕੁਝ ਹੋ ਸਕਦਾ ਹੈ। ਕੀ ਲੱਗਦਾ ਫਿਰ ਵੀ ਜਿਸ ਤਰੀਕੇ ਨਾਲ ਡਿਫਰੈਂਸਿਸ ਵੱਧ ਚੁੱਕੇ ਨੇ, ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਿਹੜਾ ਬਾਗੀ ਧੜਾ ਖੜਾ ਹੋਇਆ ਨਵਜੋਤ ਸਿੰਘ ਸਿੱਧੂ ਨੇ, ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ, ਅਮਰਿੰਦਰ ਸਿੰਘ ਦਾ ਧੜਾ ਬਾਗੀਆਂ ਤੇ ਜਿਹੜਾ ਇਲਜ਼ਾਮਬਾਜ਼ੀ ਕਰ ਰਿਹਾ ਹੈ, ਬਾਗੀ ਧੜਾ ਕੈਪਟਨ ਅਮਰਿੰਦਰ ਸਿੰਘ ਤੇ ਇਲਜ਼ਾਮਬਾਜ਼ੀ ਕਰ ਰਿਹਾ, ਉਧਰ ਨਵਜੋਤ ਸਿੰਘ ਸਿੱਧੂ ਅਲੱਗ ਖੜੇ ਹੋਏ ਨੇ। ਪਰ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਪੰਜਾਬ ਦੇ ਮੁੱਦਿਆਂ ਤੇ ਖੜੇ ਹੋਏ ਨੇ। ਕਿਵੇਂ ਦੇਖਦੇ ਹੋ ਕਿ ਇਹ ਧੜੇਬੰਦੀ ਹੈ ਜਿਹੜੀ ਇਹ ਖਤਮ ਹੋ ਪਾਏਗੀ, ਕਿ ਹਾਈ ਕਮਾਨ ਦੀ ਜਿਹੜੀ ਕੋਸ਼ਿਸ਼ ਇਕੱਠਿਆਂ ਨੂੰ ਤੋੜਨ ਦੀ ਹੈ ਉਹ ਕਾਮਯਾਬ ਹੋ ਪਾਏਗੀ? ਦੇਖੋ, ਜੇ ਫਿਲਹਾਲ ਜਿਹੜੇ ਇਸ ਵੇਲੇ ਹਾਲਾਤ ਬਣੇ ਹੋਏ ਨੇ ਉਹਨੂੰ ਦੇਖ ਕੇ ਹੀ ਲੱਗਦਾ ਹੈ ਕਿ ਇਹ ਸਗੋਂ ਹੋਰ ਵਧੇਗੀ। ਇਹ ਜਿਹੜੀ ਖਾਨਾ ਜੰਗੀ ਇਸ ਵੇਲੇ ਚੱਲ ਰਹੀ ਹੈ, ਜਿਹੜੀ ਆਪਾਂ ਕਹਿ ਰਹੇ ਹਾਂ ਸਿਖਰ ਤੇ ਆ ਚੁੱਕੀ ਹੈ, ਇਹਦੀਆਂ ਜੇਕਰ ਇਹ ਚੀਜ਼ਾਂ ਨਹੀਂ ਕੀਤੀਆਂ ਜਾਂਦੀਆਂ, ਜੇਕਰ ਪੰਜਾਬ ਦੇ ਪਰਿਵਾਰੀ ਨਹੀਂ ਬਦਲੇ ਜਾਂਦੇ, ਜੇਕਰ ਪੰਜਾਬ ਦੇ ਪਰਿਵਾਰੀ ਨੂੰ ਉਸ ਕਿਸਮ ਦਾ ਨਹੀਂ ਲਾਇਆ ਜਾਂਦਾ ਜਿਵੇਂ ਤੁਸੀਂ ਕਹਿ ਰਹੇ ਹੋ, ਜਿਹੜਾ ਪੰਜਾਬ ਦੇ ਲੋਕਾਂ ਦੀ ਨਬਜ਼ ਪਛਾਣਦਾ ਹੋਵੇ, ਪੰਜਾਬ ਦੇ ਮੁੱਦਿਆਂ ਦੇ ਨਾਲ ਜੁੜਿਆ ਹੋਵੇ। ਔਰ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਕਾਂਗਰਸ ਨੂੰ ਹੁਣ ਸਰਵੇ ਕਰਾ ਕੇ ਦੇਖਣਾ ਚਾਹੀਦਾ ਕਿ ਇਸ ਵੇਲੇ ਪੰਜਾਬ ਦੇ ਲੋਕ ਕਿਹਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣਾ ਚਾਹੁੰਦੇ ਨੇ। ਤੁਸੀਂ ਸਰਵੇ ਕਰਾਓ, ਲੋਕਾਂ 'ਚ ਜਾਓ, ਲੋਕਾਂ ਨੂੰ ਪੁੱਛੋ ਕਿ ਜਿਹੜੇ ਤੁਹਾਡੇ ਮਸਲੇ ਹੱਲ ਹੋ ਗਏ ਜਾਂ ਨਹੀਂ ਹੋ ਗਏ। 18 ਨੁਕਾਤੀ ਪ੍ਰੋਗਰਾਮ ਜਿਹੜਾ ਦਿੱਤਾ ਸੀਗਾ ਹਾਈ ਕਮਾਂਡ ਨੇ, ਲਗਭਗ ਬਹੁਤ ਸਮਾਂ ਹੋ ਗਿਆ ਉਹਨੂੰ, ਤੇ ਉਹ ਹੱਲ ਹੋਇਆ ਕਿ ਨਹੀਂ ਹੋਇਆ? ਜੇ ਨਹੀਂ ਹੋਇਆ ਤਾਂ ਕਿਉਂ ਨਹੀਂ ਹੋਇਆ? ਜਿੰਨੀ ਦੇਰ ਇਹਨਾਂ ਗੱਲਾਂ ਦੇ ਉੱਤੇ ਆਪਣੀ ਸਿਆਸਤ ਨੂੰ ਨਹੀਂ ਲੈ ਕੇ ਆਏਗੀ ਕਾਂਗਰਸ, ਉਨੀ ਦੇਰ ਉਹੀ ਮਾਰ ਖਾਏਗੀ ਜਿਵੇਂ ਬਾਕੀ ਸਟੇਟਾਂ ਦੇ ਵਿੱਚ ਖਾ ਰਹੀ ਹੈ। ਇਹਦੇ ਵਿੱਚ ਇਹ ਨਹੀਂ ਕਿ ਇਕੱਲੇ ਪੰਜਾਬ ਦੇ ਵਿੱਚ ਇਸ ਵੇਲੇ ਕਾਂਗਰਸ ਦਾ ਇਦਾਂ ਦਾ ਬੁਰਾ ਹਾਲ ਹੈ। ਮੈਨੂੰ ਲੱਗਦਾ ਕਿ ਜਿੱਥੇ ਵੀ ਉਹਨਾਂ ਦੇ, ਤੁਸੀਂ ਪਿਛਲੇ ਦਿਨਾਂ ਦੇ ਵਿੱਚ ਛੱਤੀਸਗੜ੍ਹ ਦੇ ਵਿੱਚ ਬੜਾ ਰੌਲਾ ਪਿਆ ਔਰ ਉਹਦੇ ਵਿੱਚ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਬਦਲਣਾ ਸੀਗਾ ਉਹ ਅਜੇ ਤੱਕ ਨਹੀਂ ਬਦਲਿਆ ਗਿਆ। ਉੱਥੇ ਹੁਣ ਮੈਨੂੰ ਲੱਗਦਾ ਹੈ ਕਿ ਕਿਸੇ ਵੇਲੇ ਵੀ ਸੰਕਟ ਆ ਸਕਦਾ ਹੈ।
ਸੋ ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਪਿਛਲੇ ਦਿਨਾਂ ਦੀ ਆਪਾਂ ਗੱਲ ਕੀਤੀ ਸੀਗੀ, ਬਹੁਤ ਬੁਰੀ ਤਰ੍ਹਾਂ ਜਿਹੜੀ ਹੈਗੀ ਹੈ ਕਾਂਗਰਸ ਫਟ ਚੁੱਕੀ ਹੈ, ਕਈ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ। ਇਸੇ ਤਰ੍ਹਾਂ ਰਾਜਸਥਾਨ ਦੀ ਜਿਹੜੀ ਜੇ ਆਪਾਂ ਗੱਲ ਕਰੀਏ ਉੱਥੇ ਸੱਤਾ ਹੈ ਕਾਂਗਰਸ ਦੀ, ਪੰਜਾਬ ਦੇ ਵਾਂਗ ਉੱਥੇ ਵੀ ਜਿਹੜੇ ਹੈਗੇ ਨੇ ਵੱਡੇ ਦੋ ਧੜੇ ਪਾਇਲਟ ਔਰ ਗਹਿਲੋਤ ਸਾਹਿਬ ਦਾ ਬਣ ਚੁੱਕਿਆ, ਔਰ ਆਪਸੀ ਜਿਹੜੀ ਖਾਨਾ ਜੰਗੀ ਹੈ ਹੋਰ ਜ਼ਿਆਦਾ ਤਿੱਖੀ ਹੋ ਰਹੀ ਹੈ ਦਿਨੋਂ ਦਿਨ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹੀ ਹੈ ਕਿ ਜਿੰਨੀ ਦੇਰ ਹਾਈ ਕਮਾਂਡ ਜਿਹੜੀ ਹੈਗੀ ਹੈ ਵੱਖ-ਵੱਖ ਸਟੇਟਾਂ ਦੇ ਮਸਲਿਆਂ ਨੂੰ ਹੱਲ ਨਹੀਂ ਕਰਦੀ ਔਰ ਉਹਨਾਂ ਦੇ ਜਿਹੜੇ ਉੱਥੋਂ ਦੇ ਹਕੀਕੀ ਜਿਹੜੇ ਮਸਲੇ ਨੇ ਉਹਨਾਂ ਨੂੰ ਸਮਝ ਕੇ ਉਸ ਤਰ੍ਹਾਂ ਦੇ ਪ੍ਰਭਾਰੀ ਨਹੀਂ ਲਾਉਂਦੀ ਤਾਂ ਇਹ ਮਸਲੇ ਜਿਹੜੇ ਨੇ ਹੱਲ ਜਿਹੜੇ ਨੇ ਨਹੀਂ ਕੀਤੇ ਜਾ ਸਕਦੇ। ਸੋ ਇਸ ਕਰਕੇ ਹਾਈ ਕਮਾਂਡ ਨੂੰ ਮੈਨੂੰ ਲੱਗਦਾ ਹੈ ਕਿ ਅੱਗੇ ਆਉਣਾ ਚਾਹੀਦਾ ਹੈ। ਉਹ ਸਿਰਫ ਪ੍ਰਭਾਰੀਆਂ ਦੇ ਸਿਰ ਤੇ ਨਾ ਰਹੇ, ਉਹਨਾਂ ਜਿਵੇਂ ਪਹਿਲਾਂ ਉਹਨਾਂ ਨੇ ਇੰਟਰਵੀਨ ਕੀਤਾ ਸੀਗਾ ਖੜਗੇ ਕਮੇਟੀ ਜਦੋਂ ਬਣਾਈ ਗਈ ਸੀਗੀ, ਤਾਂ ਖੜਗੇ ਕਮੇਟੀ ਦੇ ਪੈਰਲਲ ਰਾਹੁਲ ਜੀ ਔਰ ਪ੍ਰਿयंका जी ने मीटिंगां कीतियां सीगियां और निजी इंटरस्ट लए सीगे उस वेले, और एक बड़ा फैसला जिवें मैं पहला भी कहा कि नवजोत सिंह सिद्धू नूं प्रधान बना के लिया सी उन्होंने। इहदे बावजूद क्योंकि आपां नूं भी पता है कि कैप्टन साहब ने तो यही गल कही सीगी, बहुत वड्डी गल कही सीगी कि नवजोत सिंह सिद्धू लई कांग्रेस दे दरवाजे बंद हो चुके ने। इहदे बावजूद बड़ा फैसला सी ओह नवजोत सिंह सिद्धू होरां नूं अगे लिआउण दा, क्योंकि हुण 22 दे विच की है, ਹੁਣ ਕੱਲਾ ਪੰਜਾਬ ਦਾ ਮਸਲਾ ਵੀ ਨਹੀਂ ਹੈ ਇੱਥੇ ਸਿੱਧੂ ਸਾਹਿਬ, ਕਿ ਇਸ ਵੇਲੇ ਕੀ ਹੈ ਕਿ ਜੇਕਰ ਯੂਪੀ ਦੇ ਵਿੱਚ ਵੀ ਇਹੀ ਮਸਲਾ ਉੱਠਦਾ ਹੈ, ਜੇਕਰ ਉੱਤਰਾਖੰਡ ਦੇ ਵਿੱਚ ਵੀ ਜਿਹੜੀ ਹੈਗੀ ਹੈ ਕਾਂਗਰਸ ਦੀ ਇਕਜੁੱਟਤਾ ਨਹੀਂ ਦਿਖੇਗੀ, ਜੇਕਰ ਮਨੀਪੁਰ ਦੇ ਵਿੱਚ ਵੀ ਜਿਹੜੀ ਹੈ ਇਕਜੁੱਟਤਾ ਨਹੀਂ ਦਿਖੇਗੀ, ਜੇਕਰ ਗੋਆ ਦੇ ਵਿੱਚ ਵੀ ਇਕਜੁੱਟਤਾ ਨਹੀਂ ਦਿਖੇਗੀ, ਤਾਂ ਇਹਨਾਂ 5 ਸਟੇਟਾਂ ਦੇ ਵਿੱਚ ਜਿਹੜੀਆਂ 22 ਦੇ ਵਿੱਚ ਚੋਣਾਂ ਹੋਣੀਆਂ ਨੇ ਤਾਂ ਇੱਥੋਂ ਹਾਰਨ ਦੀਆਂ ਸੰਭਾਵਨਾਵਾਂ ਵੀ ਨਜ਼ਰ ਆਉਂਦੀਆਂ। ਜਿਵੇਂ ਪਿਛਲੀਆਂ 5 ਸਟੇਟਾਂ ਦੇ ਵਿੱਚ ਜੋ ਹਾਲ ਹੋਇਆ ਕਾਂਗਰਸ ਦਾ, ਔਰ ਉਹੀ ਹਾਲ ਮੈਨੂੰ ਲੱਗਦਾ ਹੈ ਕਿ ਅਗਲੀਆਂ 5 ਸਟੇਟਾਂ ਦੇ ਵਿੱਚ 22 ਦੇ ਵਿੱਚ ਜਦੋਂ ਹੋਣਗੀਆਂ, ਇਹੀ ਸੰਭਾਵਨਾਵਾਂ ਤੁਹਾਨੂੰ ਇਸ ਵੇਲੇ ਨਜ਼ਰ ਆ ਰਹੀਆਂ ਨੇ ਜੇ ਆਪਾਂ ਨੈਸ਼ਨਲ ਲੈਵਲ ਦੇ ਉੱਤੇ ਕਾਂਗਰਸ ਦੇ ਹਾਲਾਤ ਦੇਖਦੇ ਹਾਂ। ਸੋ ਇਸ ਵੇਲੇ ਬਹੁਤ ਇੱਕ ਸੁਚੱਜਾ ਸਮਾਂ ਹੈ ਔਰ ਮੈਨੂੰ ਲੱਗਦਾ ਹੈ ਕਿ ਇਸ ਸਮੇਂ ਦੀ ਜਿਹੜੀ ਹੈਗੀ ਹੈ ਸੁਵਰਤੋਂ ਕਰਨੀ ਚਾਹੀਦੀ ਹੈ, ਔਰ ਇਸ ਸੁਵਰਤੋਂ ਇਹੀ ਤਾਂ ਹੀ ਹੋਏਗੀ, ਚੰਗੀ ਵਰਤੋਂ ਸਮੇਂ ਦੀ ਤਾਂ ਹੀ ਹੋ ਸਕਦੀ ਹੈ ਜੇਕਰ ਇਮੀਡੀਏਟਲੀ ਹੁਣੀ ਜਿਹੜੀ ਹੈਗੀ ਹੈ ਹਾਈ ਕਮਾਂਡ ਜਿਹੜੀ ਹੈਗੀ ਹੈ ਪੰਜਾਬ ਦੇ ਮਸਲਿਆਂ ਨੂੰ ਸਮਝੇ ਔਰ ਇਹਦੇ ਵਿੱਚ ਇੰਟਰਵੀਨ ਕਰੇ ਔਰ ਵੱਡੇ ਫੈਸਲੇ ਲੈ ਕੇ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਦੀ ਜੋ ਨਬਜ਼ ਉਹਨੂੰ ਪਛਾਣ ਕੇ ਉਸ ਤਰ੍ਹਾਂ ਦੇ ਚਿਹਰੇ ਜਿਹੜੇ ਨੇ ਅੱਗੇ ਲੈ ਕੇ ਆਵੇ। ਨਹੀਂ ਤਾਂ ਜੇ ਪੁਰਾਣੇ ਚਿਹਰਿਆਂ ਨਾਲ 22 ਦੇ ਵਿੱਚ ਲੜਨ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਬਹੁਤ ਵੱਡੀਆਂ ਹਾਰਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਾਂਗਰਸ ਨੂੰ। ਜਿੱਥੇ ਬਾਗੀ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਜਿੱਥੇ ਆਪਸ ਦੇ ਵਿੱਚ ਉਲਝਦੇ ਹੋਏ ਦਿਖਾਈ ਦੇ ਰਿਹਾ, ਤਾਂ ਉੱਥੇ ਹੀ ਪਾਸੇ ਖੜੇ ਨਵਜੋਤ ਸਿੰਘ ਸਿੱਧੂ ਜਿਹੜੇ ਲੋਕਾਂ ਦੀਆਂ ਮੁਸ਼ਕਲਾਤਾਂ ਤੇ ਲੋਕਾਂ ਦੇ ਮੁੱਦਿਆਂ ਤੇ ਧਿਆਨ ਦੇ ਰਹੇ ਨੇ। ਆਪਣੀਆਂ ਸਪੀਚਾਂ ਦੇ ਵਿੱਚ ਵੀ ਉਹਨਾਂ ਦੇ ਲੋਕ ਮੁੱਦੇ ਝਟਕਦੇ ਨੇ ਤੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ 4 ਨਿਯੁਕਤੀਆਂ ਨੂੰ ਤਾਂ ਨਹੀਂ ਕਹਿ ਸਕਦੇ, ਜਿਹੜੇ ਉਹਨਾਂ ਦੇ ਨਾਲ 4 ਕਾਰਜਕਾਰੀ ਪ੍ਰਧਾਨ ਲੱਗੇ ਨੇ, ਉਹਨਾਂ ਨੇ ਅਹਿਮ ਜ਼ਿੰਮੇਵਾਰੀ ਉਹਨਾਂ ਨੂੰ ਸੌਂਪ ਦਿੱਤੀ ਹੈ। ਤੇ ਜਿਵੇਂ ਆਪਾਂ ਦੱਸ ਦਈਏ ਕਿ ਜਿਹੜੇ ਸੰਗਤ ਸਿੰਘ ਗਿਲਜੀਆਂ ਨੇ ਉਹਨਾਂ ਨੂੰ ਦੁਆਬਾ ਏਰੀਆ ਜਿਹੜਾ ਸਾਂਭਿਆ ਗਿਆ, ਨਾਲ ਉਹਨਾਂ ਦੇ ਜਿਹੜੇ ਡੈਣੀ ਲੱਗੇ ਸੀਗੇ ਉਹਨਾਂ ਨੂੰ ਜਿਹੜਾ ਮਾਝਾ ਏਰੀਆ ਸਾਂਭਿਆ ਗਿਆ, ਤੇ ਮਾਲਵਾ ਜਿਹੜਾ ਦੋਵਾਂ ਮਾਝੇ ਅਤੇ ਦੁਆਬੇ ਤੋਂ ਵੱਡਾ ਹੈ, ਇਸ ਕਰਕੇ ਇੱਥੋਂ ਦੇ 2 ਕਾਰਜਕਾਰੀ ਪ੍ਰਧਾਨ ਚੁਣੇ ਗਏ ਸੀਗੇ ਤੇ ਉਹਨਾਂ ਨੂੰ ਜਿਹੜੀ ਮਾਲਵੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਪਵਨ ਗੋਇਲ ਅਤੇ ਕੁਲਜੀਤ ਸਿੰਘ ਨਾਗਰਾ ਨੂੰ। ਤੇ ਖਾਸ ਕਰਕੇ ਪੁਆਧ ਵੀ ਜਿਹੜਾ ਨਾਲ ਦੀ ਨਾਲ ਪੈਂਦਾ ਜਿਹੜਾ ਛੋਟਾ ਇਲਾਕਾ ਹੈ ਉਹ ਵੀ ਜਿਹੜੇ ਆ ਕੁਲਜੀਤ ਸਿੰਘ ਨਾਗਰਾ ਦੇਖਣਗੇ। ਕਿਵੇਂ ਦੇਖਦੇ ਹੋ ਕਿ ਜਿਸ ਤਰੀਕੇ ਦੇ ਨਾਲ ਇਹ ਪ੍ਰਧਾਨਾਂ ਨੂੰ ਏਰੀਆ ਵੰਡਿਆ ਨਵਜੋਤ ਸਿੰਘ ਸਿੱਧੂ ਨੇ, ਕੁਝ ਲੋਕਾਂ ਨੂੰ ਆਪ ਕਿਉਂਕਿ ਬੜੀ ਮੁਸ਼ਕਲਾਤ ਆਉਂਦੀ ਸੀਗੀ ਜਦੋਂ ਪੰਜਾਬ ਦੇ ਲੋਕ ਦਿੱਲੀ ਮਿਲਣ ਦੇ ਲਈ ਜਾਂਦੇ, ਮਾਫ ਕਰਨਾ ਚੰਡੀਗੜ੍ਹ ਮਿਲਣ ਦੇ ਲਈ ਜਾਂਦੇ ਸੀ ਨਵਜੋਤ ਸਿੰਘ ਸਿੱਧੂ ਨੂੰ, ਤਾਂ ਬੜੀਆਂ ਮੁਸ਼ਕਲਾਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੀਗਾ। ਤੇ ਹੁਣ ਠੀਕ ਹੈ, ਮਾਲਵੇ ਦੇ ਲੋਕ ਮੁਕਤਸਰ ਫਿਰੋਜ਼ਪੁਰ ਜਿਹੜੇ ਲੋਕ ਨੇ ਉਹ ਪਵਨ ਗੋਇਲ ਨੂੰ ਮਿਲ ਸਕਦੇ ਆ, ਇੱਧਰਲੇ ਲੋਕ ਜਿਹੜੇ ਕੁਲਜੀਤ ਸਿੰਘ ਨਾਗਰਾ ਨੂੰ ਮਿਲ ਸਕਦੇ ਆ, ਮਾਝੇ ਦੇ ਲੋਕ ਜਿਹੜੇ ਜਾ ਕੇ ਡੈਣੀ ਨੂੰ ਮਿਲ ਸਕਦੇ ਆ, ਤੇ ਉਧਰ ਜਿਹੜੇ ਦੁਆਬੇ ਦੇ ਲੋਕ ਨੇ ਸੰਗਤ ਸਿੰਘ ਗਿਲਜੀਆਂ ਨੂੰ ਮਿਲ ਸਕਦੇ ਹੋ। ਕਿਵੇਂ ਦੇਖਦੇ ਹੋ ਕਿ ਨਵਜੋਤ ਸਿੰਘ ਸਿੱਧੂ ਨੇ ਇਹ ਜਿਹੜਾ ਲੋਕਾਂ ਦੀ ਸਹੂਲਤ ਦੇ ਲਈ ਇੱਕ ਵਧੀਆ ਜਿਹੜਾ ਕਦਮ ਚੁੱਕਿਆ? ਦੇਖੋ, ਨਵਜੋਤ ਸਿੰਘ ਸਿੱਧੂ ਸ਼ੁਰੂ ਤੋਂ ਹੀ ਜਦੋਂ ਤੋਂ ਪ੍ਰਧਾਨ ਬਣੇ ਨੇ, ਆਪਾਂ ਨੂੰ ਯਾਦ ਹੈ, ਲੋਕਾਂ ਨੂੰ ਵੀ ਸਾਰਿਆਂ ਨੂੰ ਦਰਸ਼ਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਉਦੋਂ ਤੋਂ ਹੀ ਉਹ ਹਰਕਤ ਵਿੱਚ ਆਏ ਹੋਏ ਨੇ। ਇੱਕ ਦਿਨ ਵੀ ਤੁਸੀਂ ਦੇਖੋਗੇ ਕਿ ਉਹਨਾਂ ਨੇ ਅਜਾਈ ਨਹੀਂ ਗਵਾਉਣ ਦਿੱਤਾ। ਪਰ ਸਮੱਸਿਆ ਕੀ ਹੈ? ਸਮੱਸਿਆ ਹਾਈ ਕਮਾਂਡ ਦੀ ਇਹ ਹੈ ਕਿ ਸਿੱਧੂ ਸਾਹਿਬ ਦੀ ਇੱਕੋ ਕਿਸੇ ਲਾਈਨ ਨੂੰ ਫੜ ਲੈਂਦੇ ਨੇ। ਉਹ ਕਿਸੇ ਕੋਈ ਲਾਈਨ ਨੂੰ ਮੰਨ ਲਓ ਉਹਨਾਂ ਨੇ ਬਿਆਨ ਦਿੱਤਾ ਕਿਸੇ ਇੱਕ ਪੂਰੇ ਭਾਸ਼ਣ ਦੇ ਵਿੱਚ, ਤਾਂ ਇੱਕੋ ਲਾਈਨ ਨੂੰ ਫੜ ਕੇ ਉਹ ਸਿੱਧੂ ਸਾਹਿਬ ਦੇ ਉੱਤੇ ਅਟੈਕ ਕਰਦੇ ਆ ਬਾਰ-ਬਾਰ।
ਔਰ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਆ। ਕੱਲਾ ਇਹ ਨਹੀਂ ਕਿ ਵਿਰੋਧੀ ਪਾਰਟੀਆਂ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕਰਦੀਆਂ ਨੇ, ਵਿਰੋਧੀ ਪਾਰਟੀਆਂ ਸਗੋਂ ਘੱਟ ਕਰ ਰਹੀਆਂ ਨੇ ਇਸ ਵੇਲੇ ਵਿਦਿਨ ਕਾਂਗਰਸ, ਚਾਹੇ ਉਹ ਸੈਂਟਰ ਦੀ ਲੀਡਰਸ਼ਿਪ ਹੈ, ਚਾਹੇ ਪੰਜਾਬ ਦੀ ਲੀਡਰਸ਼ਿਪ ਹੈ, ਚਾਹੇ ਹੋਰ ਜਿਹੜੇ ਹੋਰ ਤਰ੍ਹਾਂ ਦੀ ਜਿਹੜੀ ਲੀਡਰਸ਼ਿਪ ਹੈ, ਉਹਨਾਂ ਨੂੰ ਹਮੇਸ਼ਾ ਹੀ ਘੇਰਨ ਦੀ ਕੋਸ਼ਿਸ਼ ਕੀਤੀ ਹੈ ਔਰ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਇਹੀ ਉਹਨਾਂ ਦੀ ਇਹਦੀ ਜਿਹੜੀ ਉਮੀਦ ਕੀਤੀ ਜਾਂਦੀ ਹੈ, ਉਹ ਉਮੀਦ ਕਰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਕੰਮ ਨਾ ਕਰਨ ਦਿੱਤਾ ਜਾਵੇ, ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਦੇ ਬਿਆਨਾਂ ਤੱਕ ਉਲਝਾਇਆ ਜਾਏ, ਉਹਨਾਂ ਨੂੰ ਜੇਕਰ ਉਹ ਕੰਮ ਕਰਦੇ ਆ ਤਾਂ ਉਹ ਕੰਮ ਦੇ ਵਿੱਚ ਕੋਈ ਨਾ ਕੋਈ ਅੜਚਨ ਪਾਈ ਜਾਏ। ਇਸੇ ਤਰ੍ਹਾਂ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਸਲਾਹਕਾਰ ਨੇ, ਉਹਨਾਂ ਨੂੰ ਲੈ ਕੇ ਕਿਸੇ ਸਲਾਹਕਾਰ ਦੀ ਪੁਰਾਣੀ ਕੋਈ ਵੀਡੀਓ ਕੱਢ ਕੇ ਜਾਂ ਕੋਈ ਨਵੀਂ ਗੱਲ ਕਰਕੇ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਬਹੁਤ ਇੱਕ ਚੰਗਾ ਫੈਸਲਾ ਲਿਆ ਔਰ ਪਹਿਲਾਂ ਵੀ ਜਿਹੜੇ ਨੇ, ਮੈਂ ਨਹੀਂ ਕਹਿੰਦਾ ਕਿ ਕੋਈ ਇਹ ਹੁਣ ਨਵਾਂ ਕੰਮ ਉਹਨਾਂ ਨੇ ਕੀਤਾ ਹੈ। ਪਿਛਲੇ ਦਿਨਾਂ ਦੇ ਵਿੱਚ ਜਦੋਂ ਤੋਂ ਪ੍ਰਧਾਨਗੀ ਮਿਲੀ ਹੈ, ਉਹਨਾਂ ਨੇ ਬਹੁਤ ਜਿਹੜੇ ਹੈਗਾ ਕਾਂਗਰਸ ਦੇ ਵਿੱਚ ਨਵੀਆਂ ਜਿਹੜੀਆਂ ਨੇ ਸਕੀਮਾਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਨਵੇਂ ਪ੍ਰੋਗਰਾਮ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਇੱਕ ਵੱਡੀ ਗੱਲ ਇਹ ਵੀ ਹੈ ਕਿ ਜਿਵੇਂ ਉਹਨਾਂ ਨੇ ਪਹਿਲਾਂ 5 ਨੁਕਾਤੀ ਪ੍ਰੋਗਰਾਮ ਦਾ ਏਜੰਡਾ ਰੱਖਿਆ ਸੀਗਾ ਕੈਪਟਨ ਸਾਹਿਬ ਦੇ ਅੱਗੇ, ਇਸੇ ਤਰ੍ਹਾਂ ਉਸ ਤੋਂ ਪਹਿਲਾਂ 18 ਨੁਕਾਤੀ ਪ੍ਰੋਗਰਾਮ ਦਾ ਏਜੰਡਾ ਰੱਖਿਆ ਸੀਗਾ। ਉਹ ਵੀ ਜਿਹੜਾ ਹੈਗਾ ਇਸ ਵੇਲੇ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ, ਨਾਲ ਆਰਗੇਨਾਈਜੇਸ਼ਨ ਦਾ ਵੀ ਹੋਣਾ ਚਾਹੀਦਾ ਹੈ ਔਰ ਪ੍ਰੋਪਰ ਨਾਲ ਜੇਕਰ ਤੁਸੀਂ ਇਹ ਫੋਰਸ ਜਿਹੜਾ ਹੈਗਾ ਫੋਕਸ ਨਹੀਂ ਕਰਦੇ ਔਰ ਫੋਰਸਫੁਲੀ ਕੈਪਟਨ ਸਾਹਿਬ ਨੂੰ ਨਹੀਂ ਕਹਿੰਦੇ ਕਿ 18 ਨੁਕਾਤੀ ਪ੍ਰੋਗਰਾਮਾਂ ਦੇ ਉੱਤੇ ਕੰਮ ਕਰੋ, ਤਾਂ ਕੀ ਹੋਏਗਾ ਕਿ ਹੌਲੀ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਿਹੜੀ ਲੋਕਾਂ ਨੇ ਤਵੱਕੋ ਕੀਤੀ ਹੈ, ਉਹਨਾਂ ਤੋਂ ਜਿਹੜੀ ਲੋਕ ਉਮੀਦ ਕਰਦੇ ਨੇ ਕਿ ਨਵਜੋਤ ਸਿੰਘ ਸਿੱਧੂ ਮੁੱਦਿਆਂ ਦੀ ਰਾਜਨੀਤੀ ਕਰਨਾ ਚਾਹੁੰਦੇ ਨੇ, ਤਾਂ ਉਹ ਮੁੱਦਿਆਂ ਨੂੰ ਪਿੱਛੇ ਨਾ ਛੱਡਣ, ਉਹਨਾਂ ਮੁੱਦਿਆਂ ਨੂੰ ਹਾਈਲਾਈਟ ਕਰਨ ਔਰ ਉਹਨਾਂ ਨੂੰ ਕੇਂਦਰੀ ਨੁਕਤੇ ਦੇ ਵਿੱਚ ਲੈ ਕੇ ਆਉਣ, ਤਾਂ ਕਿ ਜਿਹੜੀ ਕੈਪਟਨ ਸਾਹਿਬ ਜਿਸ ਕਿਸਮ ਦੀ ਕੋਸ਼ਿਸ਼ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਮੁੱਦਿਆਂ ਤੋਂ ਭੜਕਾਇਆ ਜਾਏ, ਮੁੱਦਿਆਂ ਤੋਂ ਇੱਧਰ ਉੱਧਰ ਕੀਤਾ ਜਾਏ, ਉਹਦੇ ਜਾਲ ਦੇ ਵਿੱਚ ਕਿਤੇ ਨਾ ਫਸ ਜਾਣ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਇਹ ਚਾਹੀਦਾ ਹੈ ਕਿ ਆਰਗੇਨਾਈਜੇਸ਼ਨ ਦੇ ਨਾਲ ਉਹ ਆਪਣੀ ਜਿਹੜੀ ਮੁੱਦਿਆਂ ਦੀ ਸਿਆਸਤ ਆ ਉਹਨਾਂ ਦੀ, ਜਿਹਦੇ ਕਰਕੇ ਉਹ ਜਾਣੇ ਜਾਂਦੇ ਨੇ, ਜਿਹਦੇ ਕਰਕੇ ਪੰਜਾਬ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ, ਉਹ ਮੁੱਦਿਆਂ ਦੀ ਸਿਆਸਤ ਨਾ ਛੱਡਣ, ਸਗੋਂ ਉਹਨਾਂ ਨੂੰ ਉਸ ਸਿਆਸਤ ਨੂੰ ਅੱਗੇ ਲੈ ਕੇ ਆਉਣ। ਸੁਖਵਿੰਦਰ ਜੀ, ਬਿਲਕੁਲ। ਅਗਲੀ ਖਬਰ ਤੇ ਜੇਕਰ ਆਪਾਂ ਗੱਲਬਾਤ ਕਰੀਏ, ਕਾਂਗਰਸੀ ਮੰਤਰੀ ਜਿਹੜੇ ਆ ਬ੍ਰਹਮਿੰਦਰਾ ਦੇ ਬੇਟੇ ਦੀ ਜਿਹੜੀ ਯੂਥ ਕਾਂਗਰਸ ਦੇ ਨਾਲ ਸੰਬੰਧਿਤ ਇੱਕ ਸੂਚੀ ਆਈ ਸੀ, ਉਹਦੇ ਵਿੱਚ ਉਹਨਾਂ ਦਾ ਨਾਮ ਆਇਆ ਸੀ ਪ੍ਰਧਾਨ ਦੇ ਤੌਰ ਤੇ, ਨਾਲ ਡੇਰਾ ਬੱਸੀ ਤੋਂ ਜਿਹੜੇ ਲੀਡਰ ਨੇ ਕਾਂਗਰਸ ਦੇ ਦੀਪਿੰਦਰ ਸਿੰਘ ਢਿੱਲੋਂ, ਉਹਨਾਂ ਦੇ ਬੇਟੇ ਦੀ ਜਿਹੜੀ ਉਹ ਸੂਚੀ ਦੇ ਵਿੱਚ ਨਾਮ ਜਿਹੜਾ ਸ਼ਾਮਲ ਸੀਗਾ। ਪਰ ਬਰਿੰਦਰ ਸਿੰਘ ਢਿੱਲੋਂ ਨੇ ਕਹਿੰਦੇ ਇਤਰਾਜ਼ ਜਤਾ ਕੇ ਉਹ ਸੂਚੀ ਜਿਹੜੀ ਰੋਕ ਦਿੱਤੀ ਹੈ। ਕਿਵੇਂ ਦੇਖਦੇ ਇਸ ਖਬਰ ਨੂੰ? ਸੁਖਵਿੰਦਰ ਜੀ ਦੇਖੋ, ਜਿਹੜੀ ਕਾਂਗਰਸ ਦੀ ਜਿਹੜੀ ਵੱਡੀ ਸਮੱਸਿਆ ਰਹੀ ਹੈ ਔਰ ਹੁਣ ਵੀ ਹੈਗੀ ਹੈ, ਉਹ ਹੈ ਕਿ ਕਾਂਗਰਸ ਵਾਲੇ ਜਿਹੜੇ ਲੋਕ ਨੇ ਇਹ ਵਿਰਾਸਤ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਲੈਂਦੇ ਆ। ਮਤਲਬ ਤੁਸੀਂ ਪਹਿਲਾਂ ਜਿਹੜੀ ਬਾਜਵਾ ਸਾਹਿਬ ਔਰ ਤ੍ਰਿਪਤ ਰਜਿੰਦਰ ਬਾਜਵਾ, ਫਤਿਹ ਜੰਗ ਬਾਜਵਾ ਹੋਰਾਂ ਦੇ ਪੁੱਤਰਾਂ ਨੂੰ ਅੱਗੇ ਜਿਹੜੀ ਹੈਗੀ ਨੌਕਰੀਆਂ ਦੇਣੀਆਂ ਇਸ ਬਿਨਾਂ ਦੇ ਉੱਤੇ ਕਿ ਉਹਨਾਂ ਦੇ ਦਾਦਾ ਜੀ ਜਿਹੜੇ ਨੇ ਸ਼ਹੀਦ ਹੋਏ ਸੀਗੇ, ਔਰ ਇੱਕ ਤੋਂ ਲੈ ਕੇ ਅਗਲੀ ਪੀੜ੍ਹੀ, ਫਿਰ ਤੀਜੀ ਪੀੜ੍ਹੀ, ਫਿਰ ਚੌਥੀ ਪੀੜ੍ਹੀ ਜਿਹੜੀ ਹੈਗੀ ਹੈ, ਲਗਾਤਾਰ ਤੁਸੀਂ ਦੇਖੋਗੇ ਕਿ ਉਹਨਾਂ ਨੂੰ ਅਹੁਦੇਦਾਰੀਆਂ ਮਿਲਦੀਆਂ ਨੇ। ਯਾਨੀ ਇੱਕ ਪਰਿਵਾਰਵਾਦ ਦਾ ਇੱਕ ਜਿਹੜਾ ਠੱਪਾ ਲੱਗਦਾ ਹੈ, ਉਹ ਕਾਂਗਰਸ ਦੇ ਉੱਤੇ ਲੱਗਦਾ ਰਿਹਾ ਹੈ ਔਰ ਹੁਣ ਵੀ ਲੱਗ ਰਿਹਾ ਹੈ। ਸੋ ਉਸ ਤੋਂ ਬਚਣ ਦੇ ਲਈ ਮੈਨੂੰ ਲੱਗਦਾ ਹੈ ਕਿ ਜੇਕਰ ਜਿਹੜੀ ਯੂਥ ਨੇ ਇਹ ਗੱਲ ਨੂੰ ਸਮਝਿਆ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਉੱਤੇ ਜਿਹੜੀ ਇਹ ਪਰਿਵਾਰਵਾਦ ਦਾ ਠੱਪਾ ਲੱਗ ਰਿਹਾ ਹੈ, ਉਹਨੂੰ ਅਸੀਂ ਦੂਰ ਕਰਨਾ ਹੈ, ਇੱਕ ਚੰਗੀ ਗੱਲ ਹੈ। ਔਰ ਜਿਹੜੇ ਵੀ ਲੋਕ ਜਿਹੜੇ ਨੇ, ਖਾਸ ਤੌਰ ਤੇ ਜਿਵੇਂ ਤੁਸੀਂ ਬ੍ਰਹਮਿੰਦਰਾ ਜੀ ਦੀ ਗੱਲ ਕੀਤੀ ਹੈ, ਦੀਪਿੰਦਰ ਢਿੱਲੋਂ ਹੋਰਾਂ ਦੀ ਗੱਲ ਕੀਤੀ ਹੈ, ਜੇਕਰ ਇਹ ਦੁਬਾਰਾ ਫੇਰ ਆਪਣੇ ਬੱਚਿਆਂ ਨੂੰ ਅੱਗੇ ਲਿਆਉਣਾ ਚਾਹੁੰਦੇ ਨੇ ਔਰ ਉਹਨਾਂ ਨੂੰ ਪ੍ਰਧਾਨ ਜਾਂ ਉਪ ਪ੍ਰਧਾਨ ਜਾਂ ਹੋਰ ਕੋਈ ਵੱਡੀਆਂ ਅਹੁਦੇਦਾਰੀਆਂ ਕਾਂਗਰਸ ਦੇ ਵਿੱਚ ਦਿਵਾਉਣੀਆਂ ਚਾਹੁੰਦੇ ਨੇ, ਤਾਂ ਇਹਦੇ ਤੋਂ ਜੇਕਰ ਗੁਰੇਜ਼ ਕਰਨਗੇ ਤਾਂ ਲਾਜ਼ਮੀ ਤੌਰ ਤੇ ਪੰਜਾਬ ਦੀ ਜਿਹੜੀ ਯੂਥ ਕਾਂਗਰਸ ਹੈ, ਉਹਦਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਗ੍ਰਾਫ ਉੱਪਰ ਜਾ ਸਕਦਾ ਹੈ। ਜੇਕਰ ਉਹੀ ਜਿਵੇਂ ਦੂਜੀ ਕਾਂਗਰਸ ਹੈ, ਜੇਕਰ ਉਹਦੇ ਮਗਰ ਲੱਗ ਕੇ ਪਰਿਵਾਰਵਾਦ ਭਾਰੂ ਰਿਹਾ ਯੂਥ ਕਾਂਗਰਸ ਦੇ ਵਿੱਚ ਵੀ, ਤਾਂ ਲਾਜ਼ਮੀ ਤੌਰ ਤੇ ਜਿਹੜਾ ਹੈਗਾ ਕਾਂਗਰਸ ਨੂੰ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨੇ। ਸੋ ਮੈਨੂੰ ਲੱਗਦਾ ਹੈ ਕਿ ਯੂਥ ਕਾਂਗਰਸ ਦੇ ਪ੍ਰਧਾਨ ਨੇ ਇੱਕ ਵੱਡਾ ਫੈਸਲਾ ਲਿਆ ਹੈ ਔਰ ਇਹ ਜਿਹੜੀ ਲਿਸਟ ਹੈ ਇਹਨੂੰ ਰੁਕਵਾ ਦਿੱਤਾ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸੰਭਾਵਨਾਵਾਂ ਇਹੀ ਨੇ ਕਿ ਇਸ ਲਿਸਟ ਨੂੰ ਚੇਂਜ ਕਰਕੇ ਦੁਬਾਰਾ ਜਿਹੜਾ ਹੈਗਾ ਇਹਨੂੰ ਲੋਕਾਂ ਤੱਕ ਪਹੁੰਚਾਇਆ ਜਾਏਗਾ, ਇਹਨੂੰ ਰਿਲੀਜ਼ ਕੀਤਾ ਜਾਏਗਾ। ਫਿਲਹਾਲ ਇਹ ਮਸਲਾ ਜਿਹੜਾ ਹੈਗਾ ਇੱਥੇ ਰੁਕ ਚੁੱਕਿਆ ਹੈ। ਸੋ ਉਮੀਦ ਆਪਾਂ ਨੂੰ ਇਹੀ ਕਰਨੀ ਚਾਹੀਦੀ ਹੈ ਕਿ ਹਾਈ ਕਮਾਂਡ ਜਿਹੜੀ ਹੈਗੀ ਹੈ, ਖਾਸ ਤੌਰ ਤੇ ਜਿਹੜੀ ਯੂਥ ਦੀ ਜਿਹੜੀ ਹਾਈ ਕਮਾਂਡ ਹੈ, ਉਹ ਇਸ ਗੱਲ ਨੂੰ ਸਮਝੇਗੀ, ਪਰਿਵਾਰਵਾਦ ਦਾ ਜੋ ਠੱਪਾ ਲੱਗਿਆ ਹੋਇਆ ਹੈ
ਕਾਂਗਰਸ ਦੇ ਉੱਤੇ, ਉਹਨੂੰ ਖਤਮ ਕਰਨ ਦੀ, ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਇਸ ਲਿਸਟ ਨੂੰ ਦੁਬਾਰਾ ਕਰਕੇ ਜਿਹੜੀ ਹੈਗੀ ਹੈ ਕਰਨ ਦੀ ਕੀਤੀ ਜਾਵੇਗੀ। ਇਹੀ ਉਮੀਦ ਆਪਾਂ ਕਰ ਸਕਦੇ ਹਾਂ ਸੁਖਵਿੰਦਰ ਜੀ। ਬਿਲਕੁਲ। ਇੱਕ ਜਿਹੜਾ ਦੁਬਾਰਾ ਤੋਂ ਚਰਚਾਵਾਂ ਜਿਹੜੀਆਂ ਭੀਮਿੰਦਰ ਜੀ ਛਿੜ ਚੁੱਕੀਆਂ ਨੇ ਕੈਬਨਿਟ ਦੇ ਵਿੱਚ ਫੇਰਬਦਲ ਦੀਆਂ, ਉਹ ਕਿਵੇਂ ਦੇਖਦੇ ਹੋ? ਕਿਉਂਕਿ ਪਹਿਲਾਂ ਤਾਂ ਜਦੋਂ ਵੀ ਕੈਬਨਿਟ ਦੇ ਵਿੱਚ ਫੇਰਬਦਲ ਦੀ ਗੱਲ ਆਉਂਦੀ ਹੈ ਤਾਂ ਕੋਈ ਨਾ ਕੋਈ ਜਿਹੜਾ ਅੜਿੱਕਾ ਪੈ ਜਾਂਦਾ ਹੈ, ਜਾਂ ਫਿਰ ਜਿਹੜੇ ਮੰਤਰੀ ਬਗਾਵਤ ਦਿਖਾ ਦਿੰਦੇ ਨੇ, ਜਾਂ ਕੈਪਟਨ ਅਮਰਿੰਦਰ ਸਿੰਘ ਖੁਦ ਬ ਖੁਦ ਸੋਚ ਜਾਂਦੇ ਨੇ ਕਿ ਭਾਈ ਜੇਕਰ ਕਿਸੇ ਨੂੰ ਬਦਲਿਆ ਜਾਂ ਕੱਢਿਆ ਤਾਂ ਵਿਵਾਦ ਜਿਹੜਾ ਜ਼ਿਆਦਾ ਖੜਾ ਹੋ ਸਕਦਾ ਹੈ। ਵੈਸੇ ਜੇ ਆਪਾਂ ਹਾਈ ਕਮਾਨ ਦੇ ਫੈਸਲੇ ਨੂੰ ਜਾਂ ਫਿਰ ਆਪਾਂ ਦੇਖੀਏ ਹਰੀਸ਼ ਰਾਵਤ ਦੇ ਫੈਸਲੇ ਨੂੰ, ਜੇ ਭਾਈ ਉਹ ਕਹਿੰਦੇ ਆ ਵੀ 6 ਮਹੀਨੇ ਰਹਿੰਦੇ ਆ ਮੁੱਖ ਮੰਤਰੀ ਨੂੰ ਨਹੀਂ ਬਦਲਿਆ ਜਾ ਸਕਦਾ, ਤਾਂ ਫਿਰ ਕੈਬਨਿਟ ਦੇ ਵਿੱਚ ਵੀ ਫੇਰਬਦਲ ਦੀ ਕੀ ਲੋੜ ਹੈ ਆਖਰੀ 6 ਮਹੀਨਿਆਂ ਦੇ ਵਿੱਚ? ਜੀ ਬਿਲਕੁਲ ਸੁਖਵਿੰਦਰ ਜੀ, ਦੇਖੋ ਜੇ ਤਾਂ ਆਪਾਂ 2-4 ਦਿਨ ਪਹਿਲਾਂ ਇਹ ਗੱਲ ਕਰਦੇ, ਔਰ ਪਹਿਲਾਂ ਇੱਕ ਵਾਰੀ ਸੰਭਾਵਨਾਵਾਂ ਇਹ ਪੈਦਾ ਹੋ ਚੁੱਕੀਆਂ ਸੀਗੀਆਂ, ਔਰ ਚਾਹੇ ਉਹ ਸੁਖ ਸਰਕਾਰੀਆ ਜੀ ਹੋਣ, ਚਾਹੇ ਸੁਖੀ ਰੰਧਾਵਾ ਜੀ ਹੋਣ, ਚਾਹੇ ਤ੍ਰਿਪਤ ਰਜਿੰਦਰ ਬਾਜਵਾ ਜੀ ਹੋਣ, ਉਹਨਾਂ ਨੂੰ ਕਿਤੇ ਨਾ ਕਿਤੇ ਇਹ ਕਨਸੋ ਮਿਲ ਚੁੱਕੀ ਸੀ ਕਿ ਜੇਕਰ ਇਹ ਸਾਰੀ ਚੀਜ਼ ਬਦਲੀ ਜਾਂਦੀ ਹੈ, ਜੇਕਰ ਕੈਬਨਿਟ ਦੇ ਵਿੱਚ ਫੇਰ ਬਦਲ ਹੁੰਦਾ ਹੈ ਤਾਂ ਉਹਨਾਂ ਦਾ ਪੱਤਾ ਕੱਟਿਆ ਜਾ ਸਕਦਾ ਹੈ। ਇਹ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜਾ ਹੈਗਾ ਕਨਸੋਆਂ ਮਿਲ ਚੁੱਕੀਆਂ ਸੀਗੀਆਂ, ਪਰ ਉਹਨਾਂ ਨੇ ਕੀ ਕੀਤਾ ਕਿ ਇੱਕ ਬੜੀ ਜਿਹੜੀ ਹੈਗੀ ਆਪਣੀ ਜਿਹੜੀ ਦਾਅ ਚੱਲਿਆ, ਔਰ ਉਹਨਾਂ ਨੇ ਬਗਾਵਤ ਕੀਤੀ, ਔਰ ਬਗਾਵਤ ਦੇ ਵਿੱਚ ਇਹੀ ਕਿਹਾ ਕਿ ਸਾਨੂੰ ਕੈਪਟਨ ਸਾਹਿਬ ਨਹੀਂ ਚਾਹੀਦੇ ਹਰ ਹਾਲਤ ਦੇ ਵਿੱਚ। ਅਸੀਂ ਜਿਹੜਾ ਹੈਗਾ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਅਸੀਂ ਪ੍ਰੈਸ ਦੇ ਵਿੱਚ ਜਾਵਾਂਗੇ, ਔਰ ਖਾਸ ਤੌਰ ਤੇ ਰਾਵਤ ਜੀ ਨੂੰ ਮਿਲ ਕੇ ਆਏ ਔਰ ਸੋਨੀਆ ਜੀ ਨੂੰ ਮਿਲੇ, ਔਰ ਉਹਨਾਂ ਨੇ ਕੋਸ਼ਿਸ਼ ਕੀਤੀ ਜ਼ਰੂਰ ਕਿ ਅਸੀਂ ਸੋਨੀਆ ਜੀ ਨੂੰ ਮਿਲੀਏ, ਪਰ ਉਹਨਾਂ ਦੀ ਇਸ ਕੋਸ਼ਿਸ਼ ਨੂੰ ਬੂਰ ਪੈਂਦਾ ਨਜ਼ਰ ਨਹੀਂ ਆਇਆ ਔਰ ਉਹ ਹੁਣ ਵਾਪਸ ਆ ਗਏ। ਪਰ ਇਸ ਘਟਨਾ ਨੇ ਇਹ ਜ਼ਰੂਰ ਸਾਬਿਤ ਕਰਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪ੍ਰੈਸ਼ਰ ਬਣਾਉਣਾ ਸੀਗਾ ਕੈਪਟਨ ਸਾਹਿਬ ਦੇ ਉੱਤੇ ਕਿ ਜੇਕਰ ਤੁਸੀਂ ਸਾਨੂੰ ਬਦਲੋਗੇ, ਜੇਕਰ ਤੁਸੀਂ ਕੈਬਨਿਟ ਦੇ ਵਿੱਚ ਫੇਰ ਬਦਲ ਕਰੋਗੇ ਤਾਂ ਤੁਹਾਡੀ ਕੁਰਸੀ ਵੀ ਜਿਹੜੀ ਹੈਗੀ ਹੈ ਉਹ ਵੀ ਉਸ ਨੂੰ ਵੀ ਖਤਰਾ ਹੋ ਸਕਦਾ ਹੈ, ਅਸੀਂ ਉਹਦੇ ਲਈ ਵੀ ਬਗਾਵਤ ਕਰ ਸਕਦੇ ਹਾਂ। ਸੋ ਉੱਥੋਂ ਮੈਨੂੰ ਲੱਗਦਾ ਕਿ ਦੋਵਾਂ ਧਿਰਾਂ ਦੇ ਵਿੱਚ ਇਸ ਵੇਲੇ ਟਕਾ ਆ ਚੁੱਕਿਆ। ਦੋਨਾਂ ਧਿਰਾਂ ਨੂੰ ਇਹ ਲੱਗਦਾ ਹੈ ਕਿ ਜੇ ਹੁਣ ਇਸ ਵੇਲੇ ਛੇੜਖਾਨੀ ਕੈਬਨਿਟ ਦੇ ਨਾਲ ਕੀਤੀ ਗਈ ਤਾਂ ਦੋਨਾਂ ਨੂੰ ਹੀ ਖਤਰੇ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ। ਇਸ ਕਰਕੇ ਇਸ ਮਸਲੇ ਨੂੰ ਮੈਨੂੰ ਲੱਗਦਾ ਕਿ ਫਿਲਹਾਲ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ ਔਰ ਇਸ ਤਰ੍ਹਾਂ ਦੀਆਂ ਕੋਈ ਸੰਭਾਵਨਾਵਾਂ ਹੁਣ ਨਜ਼ਰ ਨਹੀਂ ਆਉਣਗੀਆਂ। ਹਾਂ, ਜਦੋਂ ਅਗਲੇ ਦਿਨਾਂ ਦੇ ਵਿੱਚ ਜਦੋਂ ਟਿਕਟਕਾ ਹੋ ਗਿਆ ਉਦੋਂ ਕੁਝ ਹੋਰ ਵੱਖਰੀਆਂ ਸੰਭਾਵਨਾਵਾਂ ਹੋ ਸਕਦੀਆਂ ਨੇ, ਪਰ ਹੁਣ ਦੋਨਾਂ ਧਿਰਾਂ ਨੂੰ ਇਹੀ ਲੱਗਦਾ ਹੈ ਕਿ ਦੋਵੇਂ ਧਿਰਾਂ ਦੇ ਨਾਲ ਜੇਕਰ ਕੋਈ ਮਾੜੀ ਮੋਟੀ ਇੱਧਰ ਉੱਧਰ ਹੁੰਦੀ ਹੈ ਤਾਂ ਖਤਰਾ ਦੋਵਾਂ ਨੂੰ ਹੀ ਪੈਦਾ ਹੋ ਸਕਦਾ ਹੈ। ਸੋ ਫਿਲਹਾਲ ਮੈਨੂੰ ਇਹੀ ਲੱਗਦਾ ਹੈ ਕਿ ਫੇਰ ਬਦਲ ਦੀਆਂ ਸੰਭਾਵਨਾਵਾਂ ਬਹੁਤ ਘੱਟ ਦਿਖਾਈ ਦੇ ਰਹੀਆਂ ਨੇ। ਇਸ ਕਰਕੇ ਇਹ ਹੁਣ ਉਸੇ ਤਰ੍ਹਾਂ ਹੀ ਮੇਰਾ ਖਿਆਲ ਹੈ ਕਿ ਲਗਭਗ 6 ਮਹੀਨੇ ਜਿਹੜੇ ਰਹਿੰਦੇ ਨੇ ਇਹ ਇਸੇ ਜਿਹੜੀ ਕੈਬਨਿਟ ਦੇ ਨਾਲ ਜਿਹੜਾ ਹੈਗਾ ਕੰਮ ਚਲਾਉਣ ਦੀਆਂ ਸੰਭਾਵਨਾਵਾਂ ਜ਼ਿਆਦਾ ਦਿਖਾਈ ਦੇ ਰਹੀਆਂ ਨੇ। ਸੁਖਵਿੰਦਰ ਜੀ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਡਾਕਟਰ ਭੀਮਿੰਦਰ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਮਸਲਿਆਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਉਹਨਾਂ ਦੇ ਨਾਲ ਕੀਤੀ ਵਿਚਾਰ ਚਰਚਾ ਜਿਹੜੀ ਹੈ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ।